प्यारे दोस्तों ਤੁਹਾਡਾ ਸਵਾਗਤ ਹੈ ਜੀਐਸਐਸ ਕੁਲਰੀਆਂ ਦੇ YouTube ਚੈਨਲ ਦੇ ਉੱਤੇ। ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਸਾਡੀ ਨਿਰੰਤਰ ਕੋਸ਼ਿਸ਼ ਜਾਰੀ ਹੈ ਕਿ ਇਸ ਲੋਕਡਾਊਨ ਦੇ ਸਮੇਂ ਵੀ ਤੁਸੀਂ ਆਪਣੀ ਸਟੱਡੀ ਦੇ ਨਾਲ ਜੁੜੇ ਰਹੋ। ਉਸੇ ਲੜੀ ਦੇ ਤਹਿਤ ਅਸੀਂ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹਾਂ ਜਿਸ ਦਾ ਵਿਸ਼ਾ ਹੈ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨ। ਭਾਗ ਦੂਜਾ। ਇਹਦਾ ਪਹਿਲਾ ਭਾਗ ਅਸੀਂ ਇਸੇ ਚੈਨਲ ਦੇ ਉੱਪਰ ਇਸ ਤੋਂ ਪਹਿਲਾਂ ਅਪਲੋਡ ਕਰ ਚੁੱਕੇ ਹਾਂ, ਜਿਸ ਦੇ ਵਿੱਚ ਅਸੀਂ ਪਹਿਲਾ ਪਾਠ ਹੈ ਜਿਹੜਾ 10ਵੀਂ ਕਲਾਸ ਦਾ ਰਸਾਇਣਿਕ ਕਿਰਿਆਵਾਂ ਤੇ ਸਮੀਕਰਨਾਂ ਕੀ ਹੁੰਦੀਆਂ ਨੇ, ਉਸ ਦੀਆਂ ਵੱਖ-ਵੱਖ ਕਿਸਮਾਂ, ਖੋਰਨ, ਦੁਰਗੰਧਤਾ, ਸਾਡੀ ਡੇਲੀ ਲਾਈਫ ਦੇ ਵਿੱਚ ਕਿੱਥੇ ਇਹ ਲਾਗੂ ਹੁੰਦੀਆਂ ਨੇ, ਉਹ ਸਾਰਾ ਕੁਝ ਅਸੀਂ ਉਸ ਵੀਡੀਓ ਦੇ ਵਿੱਚ ਡਿਸਕਸ ਕੀਤਾ ਹੈ। ਕਿਰਪਾ ਕਰਕੇ ਜੇ ਤੁਸੀਂ ਉਹ ਵੀਡੀਓ ਹਜੇ ਤੱਕ ਨਹੀਂ ਦੇਖਿਆ ਤਾਂ ਪਹਿਲਾਂ ਉਹ ਵੀਡੀਓ ਜ਼ਰੂਰ ਦੇਖਿਆ ਜਾਵੇ, ਜਿਸ ਦਾ ਲਿੰਕ ਅਸੀਂ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ। ਇਸ ਵੀਡੀਓ ਦੇ ਵਿੱਚ ਅਸੀਂ ਇਸ ਪਾਠ ਦੇ ਵਿੱਚੋਂ ਪੇਪਰ ਦੇ ਵਿੱਚ ਆਉਣ ਵਾਲੇ ਮਹੱਤਵਪੂਰਨ ਪ੍ਰਸ਼ਨਾਂ ਦੀ ਗੱਲ ਕਰਾਂਗੇ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਪੇਪਰ ਪੈਟਰਨ ਦੇ ਅਨੁਸਾਰ ਇਸ ਪਾਠ ਦੇ ਵਿੱਚੋਂ ਇੱਕ ਨੰਬਰ ਦੇ 2 ਜਿਹੜੇ ਪ੍ਰਸ਼ਨ ਹੈ ਉਹ ਆਉਂਦੇ ਆ ਪੇਪਰ ਦੇ ਵਿੱਚ, ਅਤੇ ਇੱਕ ਪ੍ਰਸ਼ਨ ਆਉਂਦਾ 3 ਨੰਬਰ ਦਾ। ਭਾਵ ਜਿਹੜਾ ਟੋਟਲ ਇਸ ਪਾਠ ਦੇ ਵਿੱਚੋਂ 5 ਅੰਕਾਂ ਦਾ ਜਿਹੜਾ ਪੇਪਰ ਹੈ ਉਹ ਆਉਂਦਾ ਹੈ। ਇਸ ਲਈ ਬੜਾ ਜ਼ਰੂਰੀ ਹੈ ਇਹ ਪਾਠ, ਇਸ ਨੂੰ ਧਿਆਨ ਨਾਲ ਸਮਝਿਓ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾ ਜਿਹੜਾ ਪ੍ਰਸ਼ਨ ਬਾਰ-ਬਾਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ, ਉੱਤੇ ਕੀ ਕਰਿਆ ਹੁੰਦਾ ਹੈ, ਕੋਈ ਨਾ ਕੋਈ ਰਸਾਇਣਿਕ ਸਮੀਕਰਨ ਦਿੱਤੀ ਹੁੰਦੀ ਹੈ। ਤੁਹਾਨੂੰ ਕਿਹਾ ਜਾਂਦਾ ਹੈ ਕਿ ਇਸ ਰਸਾਇਣਿਕ ਸਮੀਕਰਨ ਨੂੰ ਸੰਤੁਲਿਤ ਕਰੋ। ਅਸੀਂ ਵੱਖ-ਵੱਖ ਰਸਾਇਣਿਕ ਸਮੀਕਰਨਾਂ ਨੂੰ ਸੰਤੁਲਿਤ ਕਰਨਾ ਸਿੱਖਾਂਗੇ। ਇਸ ਕਾਫੀ ਸਾਰੀਆਂ ਜਿਹੜੀਆਂ ਰਸਾਇਣਿਕ ਕਿਰਿਆਵਾਂ ਅਸੀਂ ਸੰਤੁਲਿਤ ਕਰਾਂਗੇ। ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਦੇਖਿਓ। ਸਭ ਤੋਂ ਪਹਿਲਾਂ ਤੁਸੀਂ ਕੀ ਕਰ ਲੈਣਾ ਹੁੰਦਾ ਹੈ, ਉਸ ਰਸਾਇਣਿਕ ਸਮੀਕਰਨ ਦੇ ਵਿੱਚੋਂ ਵੱਖ-ਵੱਖ ਜਿਹੜੇ ਪਰਮਾਣੂ ਨੇ, ਜਿਵੇਂ ਅਸੀਂ ਇਸ ਤਰ੍ਹਾਂ ਲਿਖਿਆ ਹੈ, ਇਹਨਾਂ ਨੂੰ ਇਸ ਤਰ੍ਹਾਂ ਲਿਖ ਲੈਣਾ ਹੁੰਦਾ ਹੈ, ਔਰ ਉਸ ਦੇ ਨਾਲ ਜਿੰਨੇ ਉਸ ਦੇ ਪਰਮਾਣੂ ਨੇ, ਜਿਵੇਂ ਇਸ ਤਰਫ ਹਾਈਡਰੋਜਨ 2 ਨੇ, ਕਲੋਰੀਨ ਵੀ 2 ਨੇ, ਤਾਂ ਉਹ ਤੁਸੀਂ ਇਸ ਤਰਫ ਲਿਖ ਲੈਣਾ ਹੁੰਦਾ ਹੈ। ਇਸ ਤਰਫ 1 ਹੋ ਗਿਆ, ਇਸ ਤਰਫ ਕਲੋਰੀਨ 1 ਹੋ ਗਿਆ। ਇਹਦੇ ਚੋਂ ਸਭ ਤੋਂ ਪਹਿਲਾਂ ਤੁਸੀਂ ਕੋਸ਼ਿਸ਼ ਕਰਨੀ ਹੁੰਦੀ ਹੈ ਮੈਟਲ ਜਾਂ ਨਾਨ ਮੈਟਲ ਨੂੰ ਬੈਲੈਂਸ ਕਰਨ ਦੀ, ਜਾਂ ਫਿਰ ਇੱਕ ਸਿੱਧਾ ਤਰੀਕਾ ਹੈ ਕਿ ਤੁਸੀਂ ਤੀਰ ਤੁੱਕਾ ਮੈਥਡ ਜਿਹੜਾ ਹੈ ਉਹ ਲਗਾ ਸਕਦੇ ਹੋ। ਦੋਨੋਂ ਤਰਫ ਕਿਸੇ ਨਾ ਕਿਸੇ ਅੱਖਰ ਦੀ ਗੁਣਾ ਕਰਕੇ ਦੇਖ ਸਕਦੇ ਹੋ। ਜਿਵੇਂ ਇੱਥੇ ਸਪਸ਼ਟ ਦਿਖ ਰਿਹਾ ਹੈ ਕਿ ਜੇ ਅਸੀਂ ਇਸ ਨੂੰ 2 ਨਾਲ ਗੁਣਾ ਕਰ ਦਈਏ ਤਾਂ ਦੋਨੋਂ ਤਰਫ ਜਿਹੜੇ ਪਰਮਾਣੂ ਨੇ ਉਹ ਦੋਨੋਂ ਕੀ ਹੋ ਸਕਦੇ ਆ, ਬਰਾਬਰ ਹੋ ਸਕਦੇ। ਜਿਵੇਂ ਹਾਈਡਰੋਜਨ ਕਿੰਨੇ ਹੋ ਗਏ, 2 ਹੋ ਗਏ, ਕਲੋਰੀਨ ਕਿੰਨੇ ਹੋ ਗਏ, 2। ਤਾਂ ਇਹ ਆਸਾਨੀ ਦੇ ਨਾਲ ਜਿਹੜੀ ਇਹ ਸਮੀਕਰਨ ਹੈ ਉਹ ਸੰਤੁਲਿਤ ਹੋ ਗਈ। ਪਰ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਹੁੰਦਾ ਹੈ ਕਿ ਜਦੋਂ ਵੀ ਕਿਸੇ ਸਮੀਕਰਨ ਨੂੰ ਸੰਤੁਲਿਤ ਕਰਨਾ ਹੈ, ਜਿਹੜੇ ਅੱਖਰ ਦੀ ਤੁਸੀਂ ਗੁਣਾ ਕਰੋਗੇ ਉਹਨੂੰ ਸਭ ਤੋਂ ਅੱਗੇ ਉਸ ਦੇ ਵਿੱਚ ਗੁਣਾ ਕਰਨਾ ਹੈ, ਨਾ ਕਿ ਕਿਸੇ ਸਮੀਕਰਨ ਦੇ ਯੌਗਿਕ ਦੇ ਨਾਲ ਇੱਥੇ ਕੋਈ ਅੱਖਰ ਨਹੀਂ ਲਗਾਉਣਾ। ਜਿਵੇਂ ਆ ਲੱਗੇ ਹੋਏ ਨਾ, ਤਾਂ ਇਸ ਤਰ੍ਹਾਂ ਕੋਈ ਅੱਖਰ ਤੁਸੀਂ ਨਹੀਂ ਲਗਾਉਣਾ, ਨਹੀਂ ਤਾਂ ਉਹ ਜਿਹੜਾ ਯੌਗਿਕ ਹੈ ਉਹ ਪੂਰਾ ਚੇਂਜ ਹੋ ਸਕਦਾ ਹੈ। ਇੱਕ ਹੋਰ ਉਦਾਹਰਨ ਹੈ ਸੋਡੀਅਮ ਪਲੱਸ ਆਕਸੀਜਨ, ਸੋਡੀਅਮ ਆਕਸਾਈਡ। ਤਾਂ ਇਸ ਤਰਫ ਵੀ ਅਸੀਂ ਉਸੇ ਤਰ੍ਹਾਂ ਦੋਨੋਂ ਜਿਵੇਂ ਪਹਿਲਾਂ ਲਿਖ ਕੇ ਹਟੇ ਹਾਂ, ਜਿੰਨੇ ਵੀ ਤੁਹਾਡੇ ਕੋਲ ਦੋਨੋਂ ਤਰਫ ਪਰਮਾਣੂ ਨੇ ਉਹਨਾਂ ਦੀ ਸੰਖਿਆ ਅਸੀਂ ਇੱਥੇ ਲਿਖ ਲੈਣੀ ਹੁੰਦੀ ਹੈ। ਇਹਦਾ ਲਿਖਣ ਦਾ ਮਕਸਦ ਸਿਰਫ ਇਹੀ ਹੈ ਕਿ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿੰਨੇ ਤੱਤ ਜਿਹੜੇ ਪਰਮਾਣੂ ਨੇ ਦੋਨੋਂ ਤਰਫ ਨੇ। ਤਾਂ ਇੱਥੇ ਆਸਾਨੀ ਨਾਲ ਸਾਨੂੰ ਦਿਖ ਰਿਹਾ ਹੈ ਕਿ ਜੇ ਅਸੀਂ ਆਕਸੀਜਨ ਨੂੰ ਬੈਲੈਂਸ ਕਰ ਦਈਏ, ਇੱਥੇ 2 ਨਾਲ ਗੁਣਾ ਕਰ ਦਈਏ, ਹੁਣ ਇਸ ਤਰਫ ਆਕਸੀਜਨ ਕਿੰਨੇ ਹੋ ਗਏ, ਇੱਥੇ 2 ਹੋ ਗਏ। ਤੁਸੀਂ ਦੇਖ ਸਕਦੇ ਹੋ ਆਕਸੀਜਨ ਬੈਲੈਂਸ ਹੋ ਗਿਆ। ਪਰ ਜਿਹੜਾ ਸੋਡੀਅਮ ਹੈ, ਸੋਡੀਅਮ ਹੁਣ 2 ਦੀ ਬਜਾਏ ਇਸ ਤਰਫ ਕਿੰਨੇ ਬਣ ਗਏ, 4। ਤੇ ਇੱਧਰ ਅਸੀਂ ਸੋਡੀਅਮ ਨੂੰ 4 ਕਰਨ ਦੇ ਲਈ ਅਸੀਂ ਇਸ ਨੂੰ ਕਾਹਦੇ ਨਾਲ ਗੁਣਾ ਕਰ ਦਾਂਗੇ, 4 ਨਾਲ। ਹੁਣ ਇੱਥੇ 1 ਦੀ ਬਜਾਏ ਇਸ ਤਰਫ ਸੋਡੀਅਮ ਕਿੰਨੇ ਬਣ ਗਏ, 4। ਭਾਵ ਇਹ ਸਮੀਕਰਨ ਵੀ ਸਾਡੀ ਬੈਲੈਂਸ ਹੋ ਚੁੱਕੀ ਹੈ, ਸੰਤੁਲਿਤ ਹੋ ਚੁੱਕੀ ਹੈ। ਇਸੇ ਤਰ੍ਹਾਂ ਤੀਸਰੀ ਜਿਹੜੀ ਉਦਾਹਰਨ ਹੈ ਅਸੀਂ ਉਸ ਦੀ ਗੱਲ ਕਰਨੇ ਹਾਂ। ਇਹ ਵੱਖ-ਵੱਖ ਸਮਿਆਂ ਦੇ ਉੱਪਰ ਵੱਖ-ਵੱਖ ਜਿਹੜੀਆਂ ਸਮੀਕਰਨਾਂ ਨੇ ਪੇਪਰ ਦੇ ਵਿੱਚ ਆਈਆਂ ਹੋਈਆਂ ਨੇ, ਤਾਂ ਕਰਕੇ ਅਸੀਂ ਇਹ ਸਾਰੀਆਂ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਤੁਸੀਂ ਇਹਨਾਂ ਨੂੰ ਸਮਝ ਲਓ ਕਿ ਇਹ ਕਿਵੇਂ ਸੰਤੁਲਿਤ ਕਰ ਰਹੇ ਹਾਂ। ਇਸ ਤਰਫ ਜੇ ਅਸੀਂ ਦੇਖੀਏ ਸੋਡੀਅਮ 1 ਹੈ, ਹਾਈਡਰੋਜਨ 2 ਨੇ, ਤੇ ਆਕਸੀਜਨ ਵੀ 1 ਹੈ। ਇੱਧਰ ਦੇਖੀਏ ਤਾਂ ਸੋਡੀਅਮ 1, ਆਕਸੀਜਨ 1, ਹਾਈਡਰੋਜਨ ਕਿੰਨੇ ਨੇ, 3। ਹੁਣ ਇਸ ਨੂੰ ਬੈਲੈਂਸ ਕਰਨ ਦੇ ਲਈ ਕੋਸ਼ਿਸ਼ ਕਰਕੇ ਦੇਖੋ ਕਿਸੇ ਨਾ ਕਿਸੇ ਅੱਖਰ ਨਾਲ ਜੇ ਅਸੀਂ ਗੁਣਾ ਕਰ ਦਈਏ, ਜੇ ਇੱਥੇ ਅਸੀਂ 2 ਨਾਲ ਗੁਣਾ ਕਰ ਦਈਏ ਤਾਂ ਹੁਣ ਇੱਥੇ ਹਾਈਡਰੋਜਨ 3 ਦੀ ਬਜਾਏ ਇਸ ਤਰਫ ਕਿੰਨੇ ਹੋ ਗਏ, 4।
ਤੇ ਆਕਸੀਜਨ 1 ਦੀ ਬਜਾਏ ਹੁਣ ਕਿੰਨੇ ਹੋ ਗਏ 2। ਜੇ ਇਸ ਤਰਫ ਦੇਖੀਏ ਪਹਿਲਾਂ ਹਾਈਡਰੋਜਨ ਨੂੰ ਜੇ ਅਸੀਂ ਬੈਲੈਂਸ ਕਰ ਦਈਏ ਤਾਂ ਇੱਥੇ ਜੇ ਅਸੀਂ 2 ਲਗਾ ਦਈਏ ਤਾਂ ਤੁਸੀਂ ਦੇਖ ਸਕਦੇ ਹੋ ਹੁਣ 2 ਦੀ ਬਜਾਏ ਹਾਈਡਰੋਜਨ ਕਿੰਨੇ ਹੋ ਗਏ ਇਸ ਤਰਫ 4 ਤੇ ਆਕਸੀਜਨ ਕਿੰਨੇ ਹੋ ਗਏ 2। ਭਾਵ ਹਾਈਡਰੋਜਨ ਤੇ ਆਕਸੀਜਨ ਉਹ ਦੋਨੋਂ ਕੀ ਹੋ ਚੁੱਕੇ ਹੈ बैलेंस हो चुके हैं। रह गया सोडियम। सोडियम ਦੇ ਇਸ ਤਰਫ 1 ਦੀ ਬਜਾਏ ਹੁਣ ਕਿੰਨੇ ਬਣ ਗਏ 2। ਤਾਂ ਜਿਹੜੀ ਪਹਿਲੀ ਜਿਹੜੀ ਸੀਗਾ ਅਸੀਂ ਉਸ ਨੂੰ ਕਿਹਦੇ ਨਾਲ ਗੁਣਾ ਕਰ ਸਕਦੇ ਹਾਂ 2 ਨਾਲ। ਹੁਣ ਦੋਨੋਂ ਤਰਫ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸੋਡੀਅਮ ਹਾਈਡਰੋਜਨ ਤੇ ਆਕਸੀਜਨ ਦੋਨੋਂ ਤਰਫ ਕੀ ਨੇ बैलेंस ने। ਤਾਂ ਇਹ ਸਮੀਕਰਨ ਕੀ ਬਣ ਗਈ ਸਾਡੇ ਕੋਲ संतुलित समीकरण हो गई। अगली जी समीकरण है बेरियम क्लोराइड के एलूमीनियम सल्फेट पाया गया तो बेरियम सल्फेट ते एलूमीनियम क्लोराइड बनता है। सब तो पहला उस तरह असी इन्हों के जोड़े परमाणुओं की संख्या लिखांगे। इस तरफ बेरियम 1 है एलूमीनियम के 2 ने क्लोरीन के भी 2 ने सल्फर के 3 ने 3 किस तरह ने क्योंकि तुम देख सकते हो ब्रैकेट के 3 लाया है 3 की ये गुणा करांगे तो 3 हो गए। और ऑक्सीजन कितने हो गए 4 ये 4 दिए 12 ऑक्सीजन इस तरफ कितने ने 12। और इधर जे असी देखिए तो बेरियम 1 है एलूमीनियम भी 1 है क्लोरीन के 3 सल्फर 1 ऑक्सीजन हो गए 4। तो ये बेरियम पहले ही बराबर है एलूमीनियम दे विच जे असी देखिए तो इस तरफ 2 सी इस तरफ 1 है। जे असी इस नूं 2 नाल गुणा कर दिए तो हुण एलूमीनियम इधर 1 की बजाय किन्ने हो गए 2। मतलब एलूमीनियम दोनों तरफ की हो गया संतुलित हो गया। और ये नाल नाल क्लोरीन की जिहड़ी संख्या सी वो किन्नी बन गई 3 दूनी 6 हो गए। पर इस तरफ क्लोरीन किन्ने सी 2 इस तरफ किन्ने हो गए 6। भाव जे असी इस जगह ते 3 नाल मल्टीप्लाई कर दिए तो 3 दूनी 6। हुण क्लोरीन इधर किन्ने हो गए 6 पर बेरियम किन्ने बन गए हुण इस तरफ 3। इधर किन्ने सी बेरियम 1 तो हुण इत्थे भी सानू की करना पेगा 3 नाल गुणा। तो हुण इधर बेरियम किन्ने बन गए 3 हो गए। बेरियम बराबर हो गया एलूमीनियम बराबर हो गया क्लोरीन भी बराबर हो गया। पर इधर सल्फर है जिहड़ा तुसीं देख रहे हो हुण सल्फर 1 की बजाय किन्ने हो गए इस तरफ 3। और ऑक्सीजन किन्ने बन गए इस तरफ हुण 4 दिए 12। तुसीं देख रहे हो सारी जिहड़ी समीकरण है वो अपने आप संतुलित हो चुकी है। अगली जिहड़ी समीकरण है लैड नाइट्रेट उहदे विच असीं पोटाशियम आयोडाइड पाया उस दे नाल की बनता साडे कोल पोटाशियम नाइट्रेट ते लैड आयोडाइड। तो जिवें पहलां असीं कर रहे हैं लैड इस तरफ कितना है 1 नाइट्रोजन किन्ने ने 2 ऑक्सीजन 6 पोटाशियम 1 आयोडीन 1। इधर जे देखिए असी लैड 1 नाइट्रोजन 1 ऑक्सीजन 3 पोटाशियम 1 आयोडाइड जिहड़ा है आयोडाइड आयन जां आयोडीन वो 2 है। तो बैलेंस करने के लिए लैड पहले ही बराबर है नाइट्रोजन है इस तरफ 2 सी इस तरफ 1 है। तो इसनूं बैलेंस करने के लिए असी इत्थे किहदे नाल गुणा करांगे पहला 2 दे नाल। तो हुण साडे कोल नाइट्रोजन किन्ने बन गए 2। नाइट्रोजन दे नाल नाल साडे कोल इत्थे पोटाशियम भी 2 हो गए ऑक्सीजन किन्ने हो गए 6 ऑक्सीजन 6 हो गए नाइट्रोजन 2 ते पोटाशियम दे 2। इस तरफ जे असी देखिए इस तरफ पोटाशियम 1 सी ते इस नूं जे असी इत्थे 2 नाल मल्टीप्लाई कर दिए तो पोटाशियम हुण हो गए 2 आयोडीन किन्ने हो गए 2। तुसीं देख रहे हो आयोडीन बराबर हो गया पोटाशियम बराबर हो गया ऑक्सीजन बराबर हो गया नाइट्रोजन बराबर हो गया लैड बराबर हो गया। भाव ये समीकरण संतुलित हो गए। इसी तरह इस तो अगली समीकरण है सोडियम हाइड्रोक्साइड ये सल्फ्यूरिक एसिड पाया गया सोडियम सल्फेट ते पानी बनता है। सोडियम इस तरफ 1
सल्फर इस तरफ 1, ऑक्सीजन किन्ने ने 1 ये है, 4 ये ने, टोटल 5। हाइड्रोजन 1 ये 2 ये, टोटल हाइड्रोजन किन्ने ने इस तरफ 3। जे इस तरफ देखिए तो सोडियम 2, सल्फर 1, हाइड्रोजन ऑक्सीजन हैगा 5 ਤੇ ਹਾਈਡਰੋਜਨ ਹੈਗੇ ਨੇ 2। ਭਾਵ ਜੇ ਅਸੀਂ ਦੇਖੀਏ ਸਭ ਤੋਂ ਪਹਿਲਾਂ ਜੇ ਅਸੀਂ ਇੱਥੇ 2 ਲਗਾ ਦਈਏ ਤਾਂ ਇਹਦੇ ਨਾਲ ਕੀ ਹੋ ਰਿਹਾ ਹੈ, ਸਾਡੇ ਕੋਲ ਸੋਡੀਅਮ ਦੀ ਜਿਹੜੀ ਸੰਖਿਆ ਹੈ ਉਹ ਦੋਨੋਂ ਤਰਫ ਕੀ ਹੋਗੀ, ਬਰਾਬਰ ਹੋ ਗਈ। ਸੋਡੀਅਮ ਦੋਨੋਂ ਤਰਫ ਬਰਾਬਰ ਹੋ ਗਏ, ਪਰ ਇਹਦੇ ਨਾਲ ਆਕਸੀਜਨ ਦੇ ਜਿਹੜੇ 6 ਪਰਮਾਣੂ ਹੋ ਗਏ ਸਾਡੇ ਕੋਲ ਹੁਣ, ਤੇ ਹਾਈਡਰੋਜਨ ਦੇ ਸਾਡੇ ਕੋਲ 3 ਦੀ ਬਜਾਏ ਹੁਣ 4। ਜੇ ਅਸੀਂ ਇੱਧਰ ਦੇਖੀਏ ਤਾਂ ਇੱਧਰ ਸਾਡੇ ਕੋਲ ਸੋਡੀਅਮ ਬਰਾਬਰ ਹੋ ਗਿਆ ਆਕਸੀਜਨ। ਹੁਣ ਇੱਥੇ ਜੇ ਅਸੀਂ ਦੇਖੀਏ ਹਾਈਡਰੋਜਨ ਇੱਧਰ 4 ਨੇ, ਇੱਧਰ ਹਾਈਡਰੋਜਨ 2 ਨੇ। ਜੇ ਅਸੀਂ ਇਸ ਥਾਂ ਦੇ ਉੱਪਰ 2 ਲਗਾ ਦਈਏ ਤਾਂ ਇਹਦੇ ਨਾਲ ਸਾਡੇ ਕੋਲ ਹਾਈਡਰੋਜਨ ਕਿੰਨੇ ਹੋ ਗਏ ਹੁਣ 2, ਆਕਸੀਜਨ ਕਿੰਨੇ ਹੋ ਗਏ 4 ਤੇ 2 6। ਹੁਣ ਤੁਸੀਂ ਦੇਖ ਰਹੇ ਹੋ ਸਾਰੀ ਜਿਹੜੀ ਸਮੀਕਰਨ ਹੈ ਉਹ ਸੰਤੁਲਿਤ ਹੋ ਚੁੱਕੀ ਹੈ। ਤਾਂ ਇਸ ਤਰੀਕੇ ਨਾਲ ਅਸੀਂ ਸਮੀਕਰਨਾਂ ਨੂੰ ਸੰਤੁਲਿਤ ਕਰ ਸਕਦੇ ਹਾਂ। ਅਗਲਾ ਜਿਹੜਾ ਪ੍ਰਸ਼ਨ ਹੈ ਉਹ ਬਹੁਤ ਵਾਰ ਇਹ ਪ੍ਰਸ਼ਨ ਆਉਂਦਾ ਹੈ, ਜਿਵੇਂ ਕਿਸੇ ਕਾਪਰ ਸਲਫੇਟ ਦੇ ਘੋਲ ਦੇ ਵਿੱਚ ਅਸੀਂ ਲੋਹੇ ਦੀਆਂ ਮੇਖਾਂ ਪਾ ਦਈਏ ਤਾਂ ਕੀ ਹੋਵੇਗਾ, ਇਸ ਟਾਈਪ ਦਾ ਪ੍ਰਸ਼ਨ ਹੋ ਸਕਦਾ ਹੈ। ਜਾਂ ਇਹ ਹੋ ਸਕਦਾ ਹੈ ਕਿ ਕਾਪਰ ਸਲਫੇਟ ਦੇ ਵਿੱਚ ਅਸੀਂ ਜ਼ਿੰਕ ਪਾ ਦਈਏ ਤਾਂ ਕੀ ਹੋਵੇਗਾ। ਉਹਦੇ ਲਈ ਅਸੀਂ ਕੁਝ ਜਿਹੜੇ ਯੌਗਿਕ ਨੇ ਉਹਨਾਂ ਦੇ ਰੰਗ ਲਿਖੇ ਹੈ, ਜਿਨ੍ਹਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ। ਜਿਵੇਂ ਕਾਪਰ ਸਲਫੇਟ ਹੈ ਉਹਦਾ ਰੰਗ ਹਮੇਸ਼ਾ ਨੀਲਾ ਹੁੰਦਾ ਹੈ, ਨੀਲੇ ਰੰਗ ਕਰਕੇ ਹੀ ਇਸ ਦਾ ਇੱਕ ਸਧਾਰਨ ਨਾਮ ਵੀ ਹੈ ਨੀਲਾ ਥੋਥਾ। ਜਿਹੜਾ ਜ਼ਿੰਕ ਸਲਫੇਟ ਹੈ ਉਸ ਦਾ ਉਹ ਰੰਗਹੀਣ ਹੁੰਦਾ ਹੈ। ਤੇ ਆਇਰਨ ਸਲਫੇਟ ਹਲਕਾ ਹਰਾ ਹੈ। ਜਿਵੇਂ ਤੁਸੀਂ ਹੁਣ ਇਹ ਸਮੀਕਰਨਾਂ ਦੇਖ ਰਹੇ ਹੋ, ਜੇ ਅਸੀਂ ਕਾਪਰ ਸਲਫੇਟ ਦੇ ਘੋਲ ਦੇ ਵਿੱਚ ਲੋਹੇ ਦੀਆਂ ਮੇਖਾਂ ਜਾਂ ਲੋਹੇ ਦੇ ਪਾਊਡਰ ਪਾ ਦਈਏ ਤਾਂ ਕੀ ਹੋਵੇਗਾ। ਤਾਂ ਅਸੀਂ ਦੇਖ ਰਹੇ ਹਾਂ ਸ਼ੁਰੂ 'ਚ ਇਹ ਕੀ ਸੀਗਾ, ਕਾਪਰ ਸਲਫੇਟ ਦਾ ਰੰਗ ਨੀਲਾ ਸੀ, ਪਰ ਹੁਣ ਇਹ ਕੀ ਹੋ ਗਿਆ, ਕਾਪਰ ਨੂੰ ਲੋਹੇ ਨੇ ਵਿਸਥਾਪਿਤ ਕਰਤਾ, ਹੁਣ ਇਹ ਬਣ ਗਿਆ ਆਇਰਨ ਸਲਫੇਟ। ਹੁਣ ਇਸ ਦਾ ਰੰਗ ਕੀ ਹੋ ਜਾਊਗਾ, ਹਲਕਾ ਹਰਾ। ਭਾਵ ਇੱਥੇ ਅਸੀਂ ਕੀ ਲਿਖਣਾ ਹੁੰਦਾ ਹੈ ਕਿ ਰੰਗ ਨੀਲੇ ਤੋਂ ਹਲਕਾ ਹਰਾ ਹੋ ਜਾਊਗਾ, ਤੇ ਕਾਪਰ ਨੂੰ ਆਇਰਨ ਨੇ ਵਿਸਥਾਪਿਤ ਕਰਤਾ, ਕਿਉਂਕਿ ਕਾਪਰ ਸੀ ਜਿਹੜਾ ਘੱਟ ਕਿਰਿਆਸ਼ੀਲ ਸੀ, ਆਇਰਨ ਜ਼ਿਆਦਾ ਕਿਰਿਆਸ਼ੀਲ ਸੀ। ਔਰ ਜੇ ਨਾਲ ਇਹ ਵੀ ਪੁੱਛਿਆ ਹੋਵੇ ਕਿ ਜਿਹੜੀਆਂ ਮੇਖਾਂ ਨੇ, ਮੇਖਾਂ ਦੇ ਰੰਗ ਦੇ ਵਿੱਚ ਕੀ ਤਬਦੀਲੀ ਆਊਗੀ। ਤੁਸੀਂ ਦੇਖ ਰਹੇ ਹੋ ਆਇਰਨ ਸੀ ਜਿਹੜਾ ਉਹ ਇਹਦੇ ਨਾਲ ਜੁੜ ਗਿਆ, ਪਰ ਹੁਣ ਉਹਦੇ ਉੱਪਰ ਕੀ ਜੰਮਣਾ ਸ਼ੁਰੂ ਹੋ ਜਾਊਗਾ, ਕਾਪਰ। ਕਾਪਰ ਦਾ ਰੰਗ ਭੂਰਾ ਹੁੰਦਾ ਹੈ, ਇਸ ਲਈ ਉਹ ਮੇਖਾਂ ਦੇ ਉੱਪਰ ਭੂਰਾ ਰੰਗ ਹੈ ਜਿਹੜਾ ਉਹ ਆਉਣਾ ਸ਼ੁਰੂ ਹੋ ਜਾਊਗਾ, ਤੇ ਘੋਲ ਦਾ ਰੰਗ ਉਹ ਕੀ ਹੋਣਾ ਸ਼ੁਰੂ ਹੋ ਜਾਊਗਾ, ਹਲਕਾ ਹਰਾ। ਇਸੇ ਤਰ੍ਹਾਂ ਇੱਕ ਸਮੀਕਰਨ ਹੋਰ ਹੈ, ਜੇ ਅਸੀਂ ਆਇਰਨ ਦੀ ਬਜਾਏ ਇੱਥੇ ਜ਼ਿੰਕ ਪਾਇਆ ਹੁੰਦਾ ਤਾਂ ਅਸੀਂ ਦੇਖ ਰਹੇ ਹਾਂ ਜ਼ਿੰਕ ਵੀ ਕਾਪਰ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੋਣ ਕਰਕੇ ਕਾਪਰ ਨੂੰ ਘੋਲ ਦੇ ਵਿੱਚੋਂ ਵਿਸਥਾਪਿਤ ਕਰ ਦੂਗਾ, ਜ਼ਿੰਕ ਸਲਫੇਟ ਬਣ ਜਾਊਗਾ, ਔਰ ਇਹਦਾ ਜਿਹੜਾ ਨੀਲਾ ਰੰਗ ਹੈ ਉਹ ਫਿੱਕਾ ਹੋਣਾ ਸ਼ੁਰੂ ਹੋ ਜਾਊਗਾ, ਹੌਲੀ ਹੌਲੀ ਉਹ ਰੰਗਹੀਣ ਹੋ ਜਾਊਗਾ। ਤਾਂ ਅਸੀਂ ਇਸ ਤਰੀਕੇ ਨਾਲ ਇਹ ਕਿਰਿਆਵਾਂ ਨੂੰ ਸਮਝ ਸਕਦੇ ਹਾਂ ਤੇ ਲਿਖ ਸਕਦੇ ਹਾਂ। ਜੇ ਕਿਤੇ ਇਸ ਤਰ੍ਹਾਂ ਦਾ ਕੁਝ ਲਿਖਿਆ ਹੋਵੇ ਤਾਂ ਇੱਥੇ ਅਸੀਂ ਜਿਹੜਾ ਹੈ ਕੋਈ ਪ੍ਰਤੀਕਿਰਿਆ ਨਹੀਂ ਹੁੰਦੀ, ਕਿਉਂਕਿ ਜਿਹੜਾ ਕਾਪਰ ਹੈ ਉਹ ਲੋਹੇ ਨਾਲੋਂ ਘੱਟ ਕਿਰਿਆਸ਼ੀਲ ਹੁੰਦਾ ਹੈ, ਕਾਪਰ ਲੋਹੇ ਨੂੰ ਵਿਸਥਾਪਿਤ ਨਹੀਂ ਕਰ ਸਕਦਾ। ਤਾਂ ਇਸ ਦੇ ਲਈ ਜਿਹੜੀ ਕਿਰਿਆਸ਼ੀਲਤਾ ਲੜੀ ਹੈ ਉਸ ਤੋਂ ਪਹਿਲਾਂ ਵਾਲੀ ਜਿਹੜੀ ਵੀਡੀਓ ਸੀ ਪਹਿਲੇ ਭਾਗ ਦੇ ਵਿੱਚ ਸਮਝਾਈ ਗਈ ਹੈ। ਜੇ ਤੁਸੀਂ ਉਹ ਨਹੀਂ ਦੇਖੀ ਤਾਂ ਕਿਰਪਾ ਕਰਕੇ ਉਸ ਵੀਡੀਓ ਦੇ ਵਿੱਚ ਇਹਦਾ ਇੱਕ ਸ਼ਾਰਟ ਟ੍ਰਿਕ ਵੀ ਦਿੱਤਾ ਗਿਆ ਹੈ। ਅਗਲਾ ਜਿਹੜਾ ਆਉਂਦਾ ਹੈ, ਇਹਦੇ 'ਚ ਇੱਕ ਬਹੁਤ ਵਾਰ ਇਹ ਪ੍ਰਸ਼ਨ ਆਇਆ ਪੇਪਰ ਦੇ ਵਿੱਚ ਕਿ ਮੈਗਨੀਸ਼ੀਅਮ ਜਿਹੜਾ ਰਿਬਨ ਹੁੰਦਾ ਹੈ ਉਸ ਨੂੰ ਜਲਾਉਣ ਤੋਂ ਪਹਿਲਾਂ ਸਾਫ਼ ਕਿਉਂ ਕੀਤਾ ਜਾਂਦਾ ਹੈ। ਤਾਂ ਜਿਹੜਾ ਮੈਗਨੀਸ਼ੀਅਮ ਰਿਬਨ ਹੈ, ਮੈਗਨੀਸ਼ੀਅਮ ਜਿਹੜਾ ਰਿਬਨ ਹੈ ਉਹ ਮੈਗਨੀਸ਼ੀਅਮ ਇੱਕ ਕਿਰਿਆਸ਼ੀਲ ਧਾਤ ਹੁੰਦੀ ਹੈ। ਜੇ ਅਸੀਂ ਇਸ ਨੂੰ ਸਟੋਰ ਕਰਕੇ ਰੱਖਦੇ ਹਾਂ ਤਾਂ ਇਹ ਆਕਸੀਜਨ ਨਾਲ ਕਿਰਿਆ ਕਰਕੇ ਮੈਗਨੀਸ਼ੀਅਮ ਆਕਸਾਈਡ ਦੀ ਇੱਕ ਪਰਤ ਹੈ ਜਿਹੜੀ ਉਹ ਬਣਾ ਲੈਂਦੀ ਹੈ। ਤਾਂ ਜਿਹੜੀ ਮੈਗਨੀਸ਼ੀਅਮ ਆਕਸਾਈਡ ਹੈ ਇਹ ਜਲਦੀ ਅੱਗ ਨਹੀਂ ਫੜਨ ਦਿੰਦਾ ਉਸ ਮੈਗਨੀਸ਼ੀਅਮ ਰਿਬਨ ਨੂੰ, ਇਸ ਲਈ ਜ਼ਰੂਰੀ ਹੁੰਦਾ ਹੈ ਕਿਸੇ ਰੇਗਮਾਰ ਦੀ ਸਹਾਇਤਾ ਦੇ ਨਾਲ ਅਸੀਂ ਪਹਿਲਾਂ ਉਸ ਮੈਗਨੀਸ਼ੀਅਮ ਨੂੰ ਆਕਸਾਈਡ ਦੀ ਜਿਹੜੀ ਪਰਤ ਹੈ ਉਸ ਨੂੰ ਉਤਾਰ ਦਈਏ। ਇਸ ਲਈ ਇਹ ਜ਼ਰੂਰੀ ਹੈ ਕਿ ਉਸ ਨੂੰ ਸਭ ਤੋਂ ਪਹਿਲਾਂ ਸਾਫ਼ ਕਰਨਾ ਜ਼ਰੂਰੀ ਹੁੰਦਾ ਹੈ ਰੇਗਮਾਰ ਦੀ ਸਹਾਇਤਾ ਦੇ ਨਾਲ। ਅਗਲਾ ਜਿਹੜਾ ਪ੍ਰਸ਼ਨ ਹੈ ਜਿਹੜਾ ਬਹੁਤ ਵਾਰ ਆਉਂਦਾ ਹੈ ਇਸ ਚੋਂ, ਤਾਪ ਨਿਕਾਸੀ ਤੇ ਤਾਪ ਸੋਖੀ ਕਿਰਿਆ। ਤਾਪ ਨਿਕਾਸੀ ਕਿਰਿਆ ਕੀ ਹੁੰਦੀ ਹੈ, ਤਾਪ ਸੋਖੀ ਕਿਰਿਆ ਕੀ ਹੁੰਦੀ ਹੈ।
ਜਿਵੇਂ ਕਿ ਇਸ ਦੇ ਨਾਮ ਦੇ ਵਿੱਚ ਹੀ ਹੈ ਤਾਪ ਦਾ ਨਿਕਾਸ। ਉਹ ਕਿਰਿਆ ਜਿਸ ਵਿੱਚ ਉਤਪਾਦ ਦੀ ਉਤਪਤੀ ਦੇ ਨਾਲ ਤਾਪ ਨਿਕਲਦਾ ਹੋਵੇ ਉਸ ਨੂੰ ਕਿਹਾ ਜਾਂਦਾ ਹੈ ਤਾਪ ਨਿਕਾਸੀ ਕਿਰਿਆ। ਜਿਵੇਂ ਅਸੀਂ ਮਿਥੇਨ ਗੈਸ ਨੂੰ ਜਦੋਂ ਅਸੀਂ ਜਲਾਉਂਦੇ ਹਾਂ, ਜਿਹੜੀ ਆਕਸੀਜਨ ਨਾਲ ਕਿਰਿਆ ਕਰਾਉਂਦੇ ਹਾਂ, ਤਾਂ ਕਾਰਬਨ ਡਾਈਆਕਸਾਈਡ ਪਾਣੀ ਇਹਦੇ ਨਾਲ ਤਾਪ ਦੀ ਉਤਪਤੀ ਵੀ ਹੁੰਦੀ ਹੈ। ਇਸ ਲਈ ਇਸ ਕਿਰਿਆ ਨੂੰ ਅਸੀਂ ਕਿਹਦੇ ਚ ਕਾਊਂਟ ਕਰਦੇ ਹਾਂ? ਤਾਪ ਨਿਕਾਸੀ ਕਿਰਿਆ। ਇੱਕ ਹੋਰ ਉਦਾਹਰਨ ਦਿੱਤੀ ਗਈ ਹੈ ਸਾਹ ਕਿਰਿਆ। ਸਾਹ ਕਿਰਿਆ ਦੇ ਵਿੱਚ ਕੀ ਹੁੰਦਾ ਹੈ? ਜਿਹੜਾ ਅਸੀਂ ਭੋਜਨ ਖਾ ਰਹੇ ਹਾਂ, ਉਹ ਭੋਜਨ ਦੇ ਵਿੱਚ ਜਿਹੜੇ ਕਾਰਬੋਹਾਈਡਰੇਟ ਸੀ ਉਹ ਸਰਲ ਜਿਹੜੇ ਗਲੂਕੋਜ਼ ਵਗੈਰਾ ਦੇ ਵਿੱਚ, ਮਾਲਟੋਜ਼ ਵਗੈਰਾ ਦੇ ਵਿੱਚ ਟੁੱਟਦੇ ਆ, ਤਾਂ ਉਸ ਮਾਲਟੋਜ਼ ਦਾ ਜਦੋਂ ਅਪਘਟਨ ਹੁੰਦਾ ਹੈ ਆਕਸੀਜਨ ਨਾਲ, ਅਸੀਂ ਉਸ ਦਾ ਆਕਸੀਕਰਨ ਕਰਾਉਂਦੇ ਹਾਂ, ਤਾਂ ਕਾਰਬਨ ਡਾਈਆਕਸਾਈਡ ਪਾਣੀ ਦੇ ਨਾਲ ਤਾਪ ਦੀ ਉਤਪਤੀ ਹੁੰਦੀ ਹੈ। ਇਸ ਲਈ ਸਾਹ ਕਿਰਿਆ ਨੂੰ ਵੀ ਅਸੀਂ ਤਾਪ ਨਿਕਾਸੀ ਕਿਰਿਆ ਕਹਿ ਸਕਦੇ ਹਾਂ। ਦੂਸਰੀ ਜਿਹੜੀ ਇਸ ਚ ਆਉਂਦੀ ਹੈ ਤਾਪ ਸੋਖੀ ਕਿਰਿਆ। ਉਹ ਕਿਰਿਆ ਜਿਹਦੇ ਚ ਤਾਪ ਸੋਖਿਆ ਜਾਂਦਾ ਹੈ, ਮਤਲਬ ਇਹਦੇ ਚ ਤਾਪ ਦੀ ਅਸੀਂ ਤਾਪ ਉਸ ਨੂੰ ਪ੍ਰੋਵਾਈਡ ਕਰਦੇ ਹਾਂ। ਜਿਵੇਂ ਜੇ ਕੈਲਸ਼ੀਅਮ ਕਾਰਬੋਨੇਟ ਹੈ, ਅਸੀਂ ਇਸ ਨੂੰ ਗਰਮ ਕਰ ਦਈਏ, ਗਰਮ ਕਰਨ ਨਾਲ ਕੀ ਹੋਊਗਾ? ਕੈਲਸ਼ੀਅਮ ਆਕਸਾਈਡ ਤੇ ਕਾਰਬਨ ਡਾਈਆਕਸਾਈਡ ਇਹਨਾਂ ਦੇ ਵਿੱਚ ਇਹ ਅਪਘਟਿਤ ਹੋ ਜਾਊਗਾ, ਤਾਂ ਇਸ ਸਮੀਕਰਨ ਨੂੰ ਅਸੀਂ ਤਾਪ ਸੋਖੀ ਕਿਰਿਆ ਦਾ ਨਾਮ ਦਿੰਦੇ ਹਾਂ। ਇਸੇ ਤਰ੍ਹਾਂ ਅਸੀਂ ਫੈਰਸ ਸਲਫੇਟ ਹੈ, ਜੇ ਉਸ ਨੂੰ ਗਰਮ ਕਰ ਦਈਏ ਤਾਂ ਇੱਕ ਤਾਂ ਫੈਰਸ ਆਕਸਾਈਡ, ਇੱਕ ਸਲਫਰ ਡਾਈਆਕਸਾਈਡ ਤੇ ਸਲਫਰ ਟਰਾਈਆਕਸਾਈਡ, ਇਹ ਜਿਹੜੀਆਂ ਗੈਸਾਂ ਦੀ ਉਤਪਤੀ ਹੁੰਦੀ ਹੈ। ਭਾਵ ਤਾਪ ਸੋਖੀ ਦੇ ਵਿੱਚ ਅਸੀਂ ਤਾਪ ਉਸ ਕਿਰਿਆ ਨੂੰ ਪ੍ਰੋਵਾਈਡ ਕਰਦੇ ਹਾਂ, ਤਾਪ ਸੋਖਦੀ ਹੈ ਇਹ ਕਿਰਿਆ, ਇਸ ਲਈ ਇਹਦਾ ਨਾਮ ਤਾਪ ਸੋਖੀ ਕਿਰਿਆ ਹੈ। ਤੇ ਜਿਸ ਦੇ ਵਿੱਚ ਤਾਪ ਦੀ ਉਤਪਤੀ ਹੁੰਦੀ ਹੈ, ਤਾਪ ਪੈਦਾ ਹੁੰਦਾ ਹੈ, ਉਸ ਨੂੰ ਤਾਪ ਨਿਕਾਸੀ ਕਿਰਿਆ ਕਿਹਾ ਜਾਂਦਾ ਹੈ। ਅਗਲਾ ਜਿਹੜਾ ਪ੍ਰਸ਼ਨ ਹੈ ਇੰਪੋਰਟੈਂਟ, ਇਹਦੇ ਚ ਆਉਂਦਾ ਹੈ ਕਿ ਆਕਸੀਜਨ ਦੀ ਹਾਨੀ ਜਾਂ ਪ੍ਰਾਪਤੀ ਦੇ ਸੰਬੰਧ ਵਿੱਚ ਹੇਠ ਲਿਖਿਆਂ ਦੀ ਵਿਆਖਿਆ ਕਰਨੀ ਹੈ। ਜਿਵੇਂ ਆਕਸੀਕਰਨ ਹੈ, ਆਕਸੀਕਰਨ ਕੀ ਹੁੰਦਾ ਹੈ ਜਾਂ ਲਘੂਕਰਨ ਕੀ ਹੁੰਦਾ ਹੈ, ਅਸੀਂ ਇਸ ਸੰਦਰਭ ਦੇ ਵਿੱਚ ਇਸ ਨੂੰ ਸਮਝਾਉਣਾ ਹੈ। ਤਾਂ ਜੇ ਅਸੀਂ ਆਕਸੀਕਰਨ ਦੀ ਗੱਲ ਕਰੀਏ, ਉਹ ਰਸਾਇਣਿਕ ਕਿਰਿਆ ਜਿਸ ਵਿੱਚ ਆਕਸੀਜਨ ਦੀ ਪ੍ਰਾਪਤੀ ਹੁੰਦੀ ਹੈ, ਭਾਵ ਜਿਸ ਚ ਆਕਸੀਜਨ ਜੁੜਦਾ ਹੈ, ਜਿਸ ਚ ਆਕਸੀਜਨ ਪ੍ਰਾਪਤ ਹੁੰਦਾ ਹੈ, ਉਸ ਨੂੰ ਕਿਹਾ ਜਾਂਦਾ ਹੈ ਆਕਸੀਕਰਨ। ਜਿਵੇਂ ਅਸੀਂ ਇਸ ਦੀ ਇੱਕ ਉਦਾਹਰਨ ਦੀ ਗੱਲ ਕਰੀਏ, ਕਾਪਰ ਆਕਸਾਈਡ ਸੀ, ਉਹਦੇ ਚ ਅਸੀਂ ਹਾਈਡਰੋਜਨ ਨੂੰ ਜੋੜਿਆ, ਤਾਂ ਸਾਡੇ ਕੋਲ ਕੀ ਬਣ ਗਿਆ? ਕਾਪਰ ਇੱਕ ਪਾਣੀ। ਤਾਂ ਤੁਸੀਂ ਦੇਖੋ ਕਿ ਜਿਹੜਾ ਆਕਸੀਜਨ ਸੀ ਇਸ ਨਾਲੋਂ ਹਟ ਕੇ ਉਹ ਹਾਈਡਰੋਜਨ ਨਾਲ ਲੱਗ ਗਿਆ, ਹਾਈਡਰੋਜਨ ਵਿੱਚ ਆਕਸੀਜਨ ਦੀ ਪ੍ਰਾਪਤੀ ਹੋਈ ਹੈ, ਇਸ ਲਈ ਇਸ ਹਾਈਡਰੋਜਨ ਦਾ ਆਕਸੀਕਰਨ ਹੋ ਗਿਆ ਔਰ ਉਹ ਕੀ ਬਣ ਗਿਆ? ਪਾਣੀ ਬਣ ਗਿਆ। ਜੇ ਅਸੀਂ ਲਘੂਕਰਨ ਦੀ ਗੱਲ ਕਰੀਏ, ਲਘੂਕਰਨ ਉਹ ਕਿਰਿਆ ਹੈ ਜਿਸ ਵਿੱਚ ਆਕਸੀਜਨ ਦੀ ਹਾਨੀ ਹੁੰਦੀ ਹੈ, ਭਾਵ ਜਦੋਂ ਆਕਸੀਜਨ ਕਿਸੇ ਨਾਲੋਂ ਵੱਖ ਹੋਊਗੀ, ਜਿਵੇਂ ਇਹੀ ਕਿਰਿਆ ਦੀ ਜੇ ਅਸੀਂ ਦੁਬਾਰਾ ਗੱਲ ਕਰੀਏ, ਇਹਦੇ ਚ ਆਕਸੀਜਨ ਇਸ ਕਾਪਰ ਆਕਸਾਈਡ ਦੇ ਵਿੱਚੋਂ ਆਕਸੀਜਨ ਵੱਖ ਹੋ ਰਹੀ ਹੈ, ਭਾਵ ਇੱਥੇ ਜਿਹੜਾ ਕਾਪਰ ਆਕਸਾਈਡ ਸੀ ਉਸ ਦਾ ਲਘੂਕਰਨ ਹੋ ਰਿਹਾ ਹੈ ਔਰ ਇਹ ਲਘੂਕ੍ਰਿਤ ਹੋ ਕੇ ਕਾਪਰ ਦੇ ਵਿੱਚ ਬਦਲ ਜਾਂਦਾ ਹੈ। ਤਾਂ ਇਸ ਤਰ੍ਹਾਂ ਤੁਸੀਂ ਉਹ ਉਦਾਹਰਨਾਂ ਜਿੱਥੇ ਆਕਸੀਜਨ ਪ੍ਰਾਪਤ ਹੋ ਰਹੀ ਹੈ ਉਹ ਆਕਸੀਕਰਨ ਦੇ ਵਿੱਚ ਕਾਊਂਟ ਕਰ ਲੈਣੀਆਂ ਨੇ, ਜਿੱਥੇ ਆਕਸੀਜਨ ਵੱਖਰੀ ਹੋ ਰਹੀ ਹੈ, ਕਿਸੇ ਨਾਲੋਂ ਅਲੱਗ ਹੋ ਰਹੀ ਹੈ, ਉੱਥੇ ਉਸ ਦਾ ਕੀ ਹੋ ਰਿਹਾ ਹੈ? ਲਘੂਕਰਨ ਹੋ ਰਿਹਾ ਹੈ। ਇੱਕ ਹੋਰ ਜਿਹੜਾ ਇੰਪੋਰਟੈਂਟ ਪ੍ਰਸ਼ਨ ਹੈ ਇਸ ਦੇ ਵਿੱਚ, ਜਿਹੜਾ ਬਹੁਤ ਵਾਰ ਪੇਪਰ ਦੇ ਵਿੱਚ ਆਉਂਦਾ ਹੈ, ਕਿ ਜਿਹੜੀਆਂ ਲੋਹੇ ਦੀਆਂ ਵਸਤੂਆਂ ਨੇ ਉਹਨਾਂ ਨੂੰ ਖੋਰਨ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ? ਖੋਰਨ ਤੋਂ ਬਚਣ ਦੇ ਅਸੀਂ ਕੁਝ ਤਰੀਕੇ ਲਿਖੇ ਹੈ। ਸਭ ਤੋਂ ਪਹਿਲਾ ਤਰੀਕਾ ਹੈ ਅਸੀਂ ਪੇਂਟ ਕਰ ਸਕਦੇ ਹਾਂ ਉਹਨਾਂ ਵਸਤੂਆਂ ਨੂੰ, ਜਾਂ ਗਰੀਸ ਕਾਲੇ ਤੇਲ ਦਾ ਲੇਪ ਲਗਾ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਜਿਹੜਾ ਲੋਹਾ ਹੈ ਉਸ ਦਾ ਸੰਪਰਕ ਅਸੀਂ ਆਕਸੀਜਨ ਅਤੇ ਪਾਣੀ ਨਾਲੋਂ ਹਟਾ ਸਕਦੇ ਹਾਂ, ਦੂਰ ਕਰ ਸਕਦੇ ਹਾਂ, ਤਾਂ ਉਹ ਜਿਹੜਾ ਹੈ ਉਸ ਦਾ ਖੋਰਨ ਨਹੀਂ ਹੋਊਗਾ, ਉਸ ਨੂੰ ਜੰਗ ਨਹੀਂ ਲੱਗੇਗਾ। ਦੂਸਰਾ ਤਰੀਕਾ ਹੈ ਗਲਵੈਨੀਕਰਨ। ਜਿਹੜੀ ਗਲਵੈਨੀਕਰਨ ਹੈ ਉਹ ਕੀ ਹੁੰਦਾ ਹੈ ਕਿ ਕਿਸੇ ਹੋਰ ਧਾਤ ਦੀ ਪਰਤ ਅਸੀਂ ਲੋਹੇ ਦੇ ਉੱਤੇ ਚੜਾ ਸਕਦੇ ਹਾਂ, ਜਿਸ ਨਾਲ ਲੋਹਾ ਹੈ ਜਿਹੜਾ ਆਕਸੀਜਨ ਦੇ ਸੰਪਰਕ ਵਿੱਚ ਨਹੀਂ ਆਉਂਦਾ, ਮਤਲਬ ਭਾਵ ਉਸ ਨੂੰ ਜੰਗ ਨਹੀਂ ਲੱਗਦਾ। ਤੀਸਰਾ ਤਰੀਕਾ ਹੈ ਕੋਈ ਜੰਗ ਰੋਧੀ ਘੋਲ ਵਰਤੇ ਜਾ ਸਕਦੇ ਨੇ, ਜਿਵੇਂ ਕਾਰਾਂ ਦੇ ਵਿੱਚ ਰੇਡੀਏਟਰ ਦੇ ਵਿੱਚ ਅਸੀਂ ਜਿਹੜਾ ਕੂਲੈਂਟ ਦਾ ਇਸਤੇਮਾਲ ਕਰਦੇ ਹਾਂ, ਉਸ ਕੂਲੈਂਟ ਦੇ ਵਿੱਚ ਉਹ ਜੰਗ ਰੋਧੀ ਘੋਲ ਵੀ ਹੈ, ਉਸ ਨੂੰ ਜਿਹੜਾ ਰੇਡੀਏਟਰ ਹੈ ਉਸ ਨੂੰ ਜੰਗ ਨਹੀਂ ਲੱਗਦਾ। ਅਗਲਾ ਹੈ ਮਿਸ਼ਰਿਤ ਧਾਤਾਂ ਦੀ ਵਰਤੋਂ ਕਰਕੇ, ਮਤਲਬ ਜਿੱਥੇ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਲੋਹੇ ਦੀ ਥਾਂ ਤੇ ਅਸੀਂ ਕੋਈ ਹੋਰ ਧਾਤ ਵੀ ਵਰਤ ਸਕਦੇ ਹਾਂ। ਮਿਸ਼ਰਿਤ ਧਾਤਾਂ ਦਾ ਜਿਹੜਾ ਖੋਰਨ ਹੈ ਉਹ ਆਸਾਨੀ ਨਾਲ ਨਹੀਂ ਹੁੰਦਾ, ਅਸੀਂ ਮਿਸ਼ਰਿਤ ਧਾਤਾਂ ਦੀ ਵਰਤੋਂ ਕਰ ਸਕਦੇ ਹਾਂ, ਜਿਵੇਂ ਸਟੀਲ ਹੈ, ਸਟੀਲ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਅਗਲਾ ਜਿਹੜਾ ਪ੍ਰਸ਼ਨ ਹੈ ਕਿ ਤੇਲ ਅਤੇ ਫੈਟ ਰੱਖਣ ਵਾਲੀਆਂ ਜਿਹੜੀਆਂ ਵਸਤੂਆਂ ਨੇ ਉਹਨਾਂ ਨੂੰ ਨਾਈਟ੍ਰੋਜਨ ਨਾਲ ਕਿਉਂ ਪ੍ਰਭਾਵਿਤ ਕੀਤਾ ਜਾਂਦਾ ਹੈ। ਮਤਲਬ ਜਿਵੇਂ ਤੁਸੀਂ ਦੇਖਦੇ ਹੋ ਤੁਸੀਂ ਕਈ ਵਾਰ ਚਿਪਸ ਦੇ ਜਾਂ ਕੁਰਕਰਿਆਂ ਦੇ ਪੈਕੇਟ ਖਰੀਦੇ ਹੋਣਗੇ, ਉਹਨਾਂ ਦੇ ਵਿੱਚ ਇੱਕ ਗੈਸ ਭਰੀ ਹੁੰਦੀ ਹੈ ਨਾਈਟ੍ਰੋਜਨ। ਭਾਵ ਉਹਨਾਂ 'ਚ ਨਾਈਟ੍ਰੋਜਨ ਗੈਸ ਕਿਉਂ ਭਰੀ ਹੈ, ਇਹ ਪ੍ਰਸ਼ਨ ਹੈ। ਤਾਂ ਜੇ ਅਸੀਂ ਇਸ ਦੇ ਆਨਸਰ ਦੀ ਗੱਲ ਕਰੀਏ, ਉੱਤਰ ਦੀ ਗੱਲ ਕਰੀਏ, ਤਾਂ ਤੇਲ ਅਤੇ ਫੈਟ ਵਾਲੀਆਂ ਜਿੰਨੀਆਂ ਵੀ ਚੀਜ਼ਾਂ ਨੇ, ਜੇ ਅਸੀਂ ਉਹਨਾਂ ਨੂੰ ਇਸੇ ਤਰ੍ਹਾਂ ਰੱਖ ਲਈਏ ਤਾਂ ਉਹ ਆਕਸੀਜਨ ਨਾਲ ਕਿਰਿਆ ਕਰ ਲੈਂਦੀਆਂ ਨੇ, ਉਹਨਾਂ ਦਾ ਆਕਸੀਕਰਨ ਹੋ ਜਾਂਦਾ ਹੈ ਔਰ ਉਹਨਾਂ ਦੇ ਵਿੱਚੋਂ ਦੁਰਗੰਧ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਕਿਰਿਆ ਨੂੰ ਅਸੀਂ ਦੁਰਗੰਧਤਾ ਬੋਲਦੇ ਹਾਂ। ਤਾਂ ਉਹ ਆਕਸੀਜਨ ਨਾਲ ਕਿਰਿਆ ਨਾ ਕਰਨ, ਇਸ ਲਈ ਅਸੀਂ ਉਹਨਾਂ ਨੂੰ ਨਾਈਟ੍ਰੋਜਨ ਨਾਲ ਪ੍ਰਭਾਵਿਤ ਕਰ ਦਿੰਦੇ ਹਾਂ, ਕਿਉਂਕਿ ਨਾਈਟ੍ਰੋਜਨ ਇੱਕ ਅਕਿਰਿਆਸ਼ੀਲ ਗੈਸ ਹੈ। ਤਾਂ ਇਹ ਆਕਸੀਜਨ ਨਾਲ ਉਹਨਾਂ ਦੀ ਕਿਰਿਆ ਨਹੀਂ ਹੋਣ ਦਿੰਦੀ ਤੇ ਉਹ ਭੋਜਨ ਪਦਾਰਥ ਜਲਦੀ ਖਰਾਬ ਨਹੀਂ ਹੁੰਦੇ। ਅੱਗੇ ਕੁਝ ਪ੍ਰਸ਼ਨ ਨੇ ਜਿਹੜੇ 1-1 ਨੰਬਰ ਦੇ ਵਿੱਚ ਪੇਪਰ ਦੇ ਵਿੱਚ ਪੁੱਛੇ ਜਾਂਦੇ ਆ। ਹੁਣ 1-1 ਨੰਬਰਾਂ ਦੇ ਜਿਹੜੇ ਪ੍ਰਸ਼ਨ ਨੇ ਉਹ ਇਸ ਪਾਠ ਦੀਆਂ ਕਿਰਿਆਵਾਂ ਦੇ ਨਾਲ ਸੰਬੰਧਿਤ ਹੋ ਸਕਦੇ ਨੇ। ਤਾਂ ਇੱਥੇ ਅਸੀਂ ਕੁਝ ਕਿਰਿਆਵਾਂ ਜਿਹੜੀਆਂ ਦਿਖਾਈਆਂ ਨੇ। ਤਾਂ ਜਿਵੇਂ ਸਭ ਤੋਂ ਪਹਿਲੀ ਕਿਰਿਆ ਹੈ ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਤੇ ਹੋਣ ਵਾਲੀ ਕਿਰਿਆ ਦਾ ਅਧਿਐਨ। ਇਸ ਦੇ ਵਿੱਚ 1-1 ਨੰਬਰ ਦੇ ਜਿਹੜੇ ਪ੍ਰਸ਼ਨ ਨੇ ਉਹ ਕਿਸ ਤਰ੍ਹਾਂ ਦੇ ਪੁੱਛੇ ਜਾ ਸਕਦੇ ਆ। ਤੁਹਾਨੂੰ ਇਹ ਚਿੱਤਰ ਦਿੱਤਾ ਹੋਇਆ ਹੋ ਸਕਦਾ ਹੈ ਔਰ ਲਿਖਿਆ ਜਾ ਸਕਦਾ ਹੈ ਕਿ ਇੱਥੇ ਕਿਹੜੀ ਕਿਰਿਆ ਹੋ ਰਹੀ ਹੈ। ਤੁਸੀਂ ਲਿਖੋਗੇ ਕਿ ਇੱਥੇ ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਦੀ ਜਿਹੜੀ ਕਿਰਿਆ ਹੈ ਉਸ ਦਾ ਅਧਿਐਨ ਕੀਤਾ ਜਾ ਰਿਹਾ ਹੈ। ਜਾਂ ਇਹ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਜਿਹੜੀ ਇਹ ਵਾਚ ਗਲਾਸ ਦਿੱਤੀ ਹੋਈ ਹੈ, ਇਹਦੇ ਵਿੱਚ ਜਿਹੜਾ ਪਦਾਰਥ ਹੈ ਉਸ ਨੂੰ ਕੀ ਕਹਿੰਦੇ ਨੇ। ਤਾਂ ਉਹਦਾ ਨਾਮ ਅਸੀਂ ਲਿਖ ਸਕਦੇ ਹਾਂ ਕਿ ਇਹ ਮੈਗਨੀਸ਼ੀਅਮ ਆਕਸਾਈਡ ਹੈ। ਇਹ ਪ੍ਰਸ਼ਨ ਵੀ ਪੁੱਛਿਆ ਜਾ ਸਕਦਾ ਹੈ ਕਿ ਇਸ ਦਾ ਰੰਗ ਕਿਸ ਤਰ੍ਹਾਂ ਦਾ ਹੁੰਦਾ ਹੈ। ਤਾਂ ਮੈਗਨੀਸ਼ੀਅਮ ਜਿਹੜਾ ਆਕਸਾਈਡ ਹੈ ਉਸ ਦਾ ਰੰਗ ਚਿੱਟੇ ਰੰਗ ਦਾ ਹੁੰਦਾ ਹੈ, ਇਹ ਚਿੱਟੇ ਕਲਰ ਦਾ ਹੈ। ਇਸ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ, ਇਹ ਖਾਰੀ ਸੁਭਾਅ ਦਾ ਹੁੰਦਾ ਹੈ। ਜੇ ਅਸੀਂ ਇਸ ਨੂੰ ਪਾਣੀ ਦੇ ਵਿੱਚ ਘੋਲ ਦਈਏ ਤਾਂ ਇੱਕ ਖਾਰ ਬਣ ਜਾਂਦਾ ਹੈ। ਮਤਲਬ ਇਸ ਟਾਈਪ ਦੇ ਛੋਟੇ-ਛੋਟੇ ਪ੍ਰਸ਼ਨ ਹੈ ਜਿਹੜੇ ਉਹ ਇਹਨਾਂ ਕਿਰਿਆਵਾਂ ਦੇ ਵਿੱਚੋਂ ਪੁੱਛੇ ਜਾ ਸਕਦੇ ਨੇ। ਇਸੇ ਤਰ੍ਹਾਂ ਦੂਸਰੀ ਕਿਰਿਆ ਹੈ ਰਸਾਇਣਿਕ ਕਿਰਿਆ ਦਾ ਅਧਿਐਨ। ਇਹ ਚਿੱਤਰ ਹੋ ਸਕਦਾ ਦਿੱਤਾ ਹੋਇਆ ਕਿ ਇੱਥੇ ਕਿਹੜੀ ਕਿਰਿਆ ਦਾ ਅਧਿਐਨ ਕੀਤਾ ਜਾ ਰਿਹਾ ਹੈ। ਤਾਂ ਲਿਖਾਂਗੇ ਅਸੀਂ ਕਿ ਰਸਾਇਣਿਕ ਕਿਰਿਆ ਦਾ ਅਧਿਐਨ ਹੋ ਰਿਹਾ ਹੈ। ਕਿਹੜੀ ਗੈਸ ਇੱਥੇ ਪੈਦਾ ਹੋ ਰਹੀ ਹੈ, ਤਾਂ ਹਾਈਡਰੋਜਨ ਗੈਸ ਪੈਦਾ ਹੋ ਰਹੀ ਹੈ। ਐਸਿਡ ਕਿਹੜਾ ਲਿਆ ਹੈ, ਹਾਈਡਰੋਕਲੋਰਿਕ ਐਸਿਡ ਹੈ। ਕਿਹੜੀ ਕਿਰਿਆ ਵਾਪਰ ਰਹੀ ਹੈ, ਇੱਥੇ ਵਿਸਥਾਪਨ ਕਿਰਿਆ ਹੋ ਰਹੀ ਹੈ। ਇਸੇ ਤਰ੍ਹਾਂ ਅਗਲੀ ਕਿਰਿਆ ਹੈ ਸੰਯੋਜਨ ਕਿਰਿਆ। ਸੰਯੋਜਨ ਕਿਰਿਆ ਦੇ ਵਿੱਚ ਕੀ ਹੁੰਦਾ ਹੈ ਕਿ ਇਸ ਦੀ ਪਰਿਭਾਸ਼ਾ ਪੁੱਛੀ ਜਾ ਸਕਦੀ ਹੈ ਜਾਂ ਕੋਈ ਛੋਟੀ-ਮੋਟੀ ਰਸਾਇਣਿਕ ਸਮੀਕਰਨ ਹੋ ਸਕਦੀ ਹੈ ਇਹਦੇ ਨਾਲ ਸੰਬੰਧਿਤ। ਇਹ ਹੋ ਸਕਦਾ ਹੈ ਕਿ ਇਸ ਕਿਰਿਆ ਦੇ ਵਿੱਚ ਕੀ ਹੋ ਰਿਹਾ ਹੈ, ਤਾਪ ਦੀ ਉਤਪਤੀ ਹੋ ਰਹੀ ਹੈ, ਕਿਹੜੇ ਪਦਾਰਥ ਲਏ ਨੇ, ਠੀਕ ਹੈ। ਉਹ ਅਸੀਂ ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਨੇ ਉਹਨਾਂ ਦੇ ਆਨਸਰ ਦੇ ਸਕਦੇ ਹਾਂ ਜੇ ਅਸੀਂ ਇਹਨਾਂ ਕਿਰਿਆਵਾਂ ਨੂੰ ਚੰਗੀ ਤਰ੍ਹਾਂ ਪੜ੍ਹਾਂਗੇ, ਸਮਝਾਂਗੇ। ਅਗਲਾ ਹੈ ਇੱਥੇ ਕਿਹੜੀ ਕਿਰਿਆ ਹੋ ਰਹੀ ਹੈ। ਤਾਂ ਅਸੀਂ ਲਿਖਾਂਗੇ ਕਿ ਇਹ ਅਪਘਟਨ ਕਿਰਿਆ ਹੋ ਰਹੀ ਹੈ। ਗੈਸ ਕਿਹੜੀ ਨਿਕਲ ਰਹੀ ਹੈ, ਦੋ ਗੈਸਾਂ ਨੇ, ਇੱਕ ਸਲਫਰ ਡਾਈਆਕਸਾਈਡ, ਇੱਕ ਟਰਾਈਆਕਸਾਈਡ, ਦੋ ਨਿਕਲ ਰਹੀਆਂ ਨੇ SO2 ਅਤੇ SO3। ਇਸ ਦੀ ਗੰਧ ਕਿਸ ਤਰ੍ਹਾਂ ਦੀ ਹੁੰਦੀ ਹੈ, ਜਿਹੜੀ ਗੈਸ ਇੱਥੋਂ ਨਿਕਲ ਰਹੀ ਹੈ ਉਸ ਦੀ ਗੰਧ ਬੜੀ ਵਿਸ਼ੇਸ਼ ਕਿਸਮ ਦੀ ਹੈ। ਜਿਵੇਂ ਸਲਫਰ ਦੇ ਜਲਾਉਣ ਨਾਲ ਜਿਸ ਤਰ੍ਹਾਂ ਦੀ ਗੰਧ ਪੈਦਾ ਹੁੰਦੀ ਹੈ ਜਾਂ ਕੋਈ ਗਲੇ ਸੜੇ ਅੰਡਿਆਂ ਵਰਗੀ ਜਿਹੜੀ ਸਮੈਲ ਹੈ ਉਹ ਇਸ ਥਾਂ ਤੇ ਪੈਦਾ ਹੁੰਦੀ ਹੈ। ਔਰ ਇਸ ਕਿਰਿਆ ਦੇ ਦੌਰਾਨ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਕਿ ਜਿਹੜੀ ਇਹ ਟੈਸਟ ਟਿਊਬ ਹੈ ਇਸ ਦਾ ਮੂੰਹ ਹੈ ਜਿਹੜਾ ਨਾ ਆਪਣੇ ਵੱਲ ਹੋਣਾ ਚਾਹੀਦਾ ਹੈ ਨਾ ਕਿਸੇ ਗੁਆਂਢੀ ਵੱਲ ਹੋਣਾ ਚਾਹੀਦਾ ਹੈ, ਮਤਲਬ ਸਾਡੇ ਤੋਂ ਪਰੇ ਹੋਣਾ ਚਾਹੀਦਾ ਹੈ। ਤੇ ਜਿਹੜੀ ਅੱਗ ਨਾਲ ਸੰਬੰਧਿਤ ਕਿਰਿਆ ਹੈ ਤੇ ਇਸ ਨੂੰ ਅਧਿਆਪਕ ਦੀ ਜਿਹੜੀ ਸਾਵਧਾਨੀ ਹੈ ਉਹ ਅਧਿਆਪਕ ਦੀ ਪ੍ਰੈਜੈਂਸ ਦੇ ਵਿੱਚ ਹੀ ਕਰਨਾ ਚਾਹੀਦਾ ਹੈ। ਅਗਲਾ ਜਿਹੜੀ ਹੈ ਪਾਣੀ ਦਾ ਬਿਜਲੀ ਅਪਘਟਨ ਹੈ। ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਦਾ ਜਿਹੜਾ ਡਾਇਗਰਾਮ ਬਣਿਆ ਹੋਇਆ ਹੈ, ਇਹਦੇ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਇੱਥੇ ਕਿਹੜੀਆਂ ਗੈਸਾਂ ਪੈਦਾ ਹੋ ਰਹੀਆਂ ਨੇ। ਤਾਂ ਅਸੀਂ ਲਿਖਾਂਗੇ ਕਿ ਇੱਕ ਹਾਈਡਰੋਜਨ ਗੈਸ ਪੈਦਾ ਹੋ ਰਹੀ ਹੈ ਅਤੇ ਇੱਕ ਆਕਸੀਜਨ ਗੈਸ ਪੈਦਾ ਹੋ ਰਹੀ ਹੈ। ਹਾਈਡਰੋਜਨ ਇਹਨਾਂ ਦੋਨਾਂ ਦੇ ਵਿੱਚੋਂ ਕਿਹੜੇ ਕੈਥੋਡ ਦੇ ਉੱਪਰ ਹੁੰਦੀ ਹੈ ਜਾਂ ਐਨੋਡ ਤੇ ਹੁੰਦੀ ਹੈ। ਤਾਂ ਅਸੀਂ ਲਿਖਾਂਗੇ ਕਿ ਉਹ ਕੈਥੋਡ ਦੇ ਉੱਤੇ ਹੁੰਦੀ ਹੈ, ਐਨੋਡ ਦੇ ਉੱਪਰ ਆਕਸੀਜਨ ਹੁੰਦੀ ਹੈ। ਹਾਈਡਰੋਜਨ ਦੀ ਜਿਹੜੀ ਮਾਤਰਾ ਹੈ ਉਹ ਦੁੱਗਣੀ ਹੁੰਦੀ ਹੈ ਆਕਸੀਜਨ ਨਾਲੋਂ। ਕਿਉਂ ਹੁੰਦੀ ਹੈ, ਕਿਉਂਕਿ ਜਿਹੜਾ ਪਾਣੀ ਹੈ, ਪਾਣੀ ਦਾ ਫਾਰਮੂਲਾ ਹੁੰਦਾ H2O। ਤਾਂ ਹਾਈਡਰੋਜਨ ਦੇ ਜਿਹੜੇ ਹੈ ਆਕਸੀਜਨ ਨਾਲੋਂ ਪਰਮਾਣੂ ਇਸ 'ਚ ਦੁੱਗਣੇ ਹੁੰਦੇ ਆ, ਇਸ ਲਈ ਉਸ ਦਾ ਜਿਹੜਾ ਅਮਾਊਂਟ ਹੈ ਉਹ ਵੀ ਕੀ ਹੋਊਗਾ, ਦੁੱਗਣਾ ਹੋਊਗਾ। ਅਗਲਾ ਹੈ ਵਿਸਥਾਪਨ ਕਿਰਿਆ ਦਾ ਅਧਿਐਨ। ਜਿਵੇਂ ਇੱਥੇ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਕਿਰਿਆ ਹੈ ਵਿਸਥਾਪਨ ਕਿਰਿਆ ਨੂੰ ਰਿਪਰਜੈਂਟ ਕਰ ਰਹੀ ਹੈ। ਇਹਦੇ 'ਚ ਮੇਖਾਂ ਜਿਹੜੀਆਂ ਡੁਬੋਈਆਂ ਗਈਆਂ ਨੇ। ਇੱਥੇ ਪੁੱਛਿਆ ਜਾ ਸਕਦਾ ਹੈ ਕਿ ਜਿਹੜਾ ਇਹ ਘੋਲ ਹੈ ਕਾਪਰ ਸਲਫੇਟ ਦੇ ਘੋਲ ਦਾ ਰੰਗ ਕਿਸ ਤਰ੍ਹਾਂ ਦਾ ਹੋ ਜਾਏਗਾ ਕੁਝ ਸਮੇਂ ਬਾਅਦ। ਇਹਦਾ ਰੰਗ ਨੀਲੇ ਤੋਂ ਹਲਕਾ ਹਰਾ ਹੋ ਜਾਏਗਾ। ਕਿਉਂ ਹੋ ਜਾਊਗਾ, ਕਿਉਂਕਿ ਜਿਹੜਾ ਆਇਰਨ ਹੈ ਉਹ ਕਾਪਰ ਨੂੰ ਵਿਸਥਾਪਿਤ ਕਰਕੇ ਆਇਰਨ ਸਲਫੇਟ ਬਣਾ ਲੂਗਾ। ਔਰ ਮੇਖਾਂ ਦਾ ਰੰਗ ਕਿਸ ਤਰ੍ਹਾਂ ਹੋ ਜਾਊਗਾ, ਭੂਰਾ ਹੋ ਜਾਊਗਾ, ਕਿਉਂਕਿ ਇਹਦੇ ਉੱਪਰ ਕਾਪਰ ਹੈ ਜਿਹੜਾ ਉਹ ਜਮਾ ਹੋ ਜਾਊਗਾ। ਇਸ ਦੀ ਰਸਾਇਣਿਕ ਸਮੀਕਰਨ ਪੁੱਛੀ ਜਾ ਸਕਦੀ ਹੈ
ठीक है, ਜਿਹੜੀ ਅਸੀਂ ਇਸ ਤੋਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਇਸੇ ਤਰ੍ਹਾਂ ਇੱਕ ਕਿਰਿਆ ਹੈ ਦੂਹਰਾ ਵਿਸਥਾਪਨ ਕਿਰਿਆਵਾਂ ਦਾ ਅਧਿਐਨ। ਇਹਦੇ ਨਾਲ ਸੰਬੰਧਿਤ ਵੀ ਪਹਿਲੀ ਜਿਹੜੀ ਵੀਡੀਓ ਹੈ ਅਸੀਂ ਉਹਦੇ 'ਚ ਕਿਰਿਆਵਾਂ ਕਰ ਚੁੱਕੇ ਹਾਂ। ਦੂਹਰੇ ਵਿਸਥਾਪਨ ਦੀਆਂ 2-3 ਉਦਾਹਰਨਾਂ ਅਸੀਂ ਉੱਥੇ ਪੜ੍ਹੀਆਂ ਨੇ। ਤਾਂ ਪ੍ਰਸ਼ਨ ਇਹ ਹੋ ਸਕਦਾ ਹੈ ਅਸੀਂ ਕਿਹੜਾ ਘੋਲ ਲੈਂਦੇ ਹਾਂ। ਇਹਦੇ 'ਚ ਦੋ ਤਰ੍ਹਾਂ ਦੀਆਂ ਕਿਰਿਆਵਾਂ ਕਰੀਆਂ ਸੀ, ਇੱਕ ਸੋਡੀਅਮ ਕਲੋਰਾਈਡ ਦੀ ਸੋਡੀਅਮ ਸਲਫੇਟ ਦੀ ਬੇਰੀਅਮ ਕਲੋਰਾਈਡ ਦੇ ਨਾਲ, ਅਤੇ ਇੱਕ ਪੜ੍ਹੀ ਸੀ ਲੈਡ ਨਾਈਟ੍ਰੇਟ ਦੀ ਪੋਟਾਸ਼ੀਅਮ ਆਇਓਡਾਈਡ ਦੇ ਨਾਲ। ਤਾਂ ਇਹਦੇ 'ਚ ਜਿਹੜੀ ਕਿਰਿਆ ਹੈ ਇਹ ਯੈਲੋ ਕਲਰ ਦੇ ਜਿਹੜੇ ਪੀਲੇ ਰੰਗ ਦੇ ਜਿਹੜੇ ਇਹ ਅਵਖੇਪ ਬਣ ਰਹੇ ਨੇ, ਇਹ ਲੈਡ ਨਾਈਟ੍ਰੇਟ ਦੀ ਜਦੋਂ ਪੋਟਾਸ਼ੀਅਮ ਆਇਓਡਾਈਡ ਨਾਲ ਅਸੀਂ ਕਿਰਿਆ ਕਰਦੇ ਹਾਂ ਤਾਂ ਇਹ ਉਸ ਕਿਰਿਆ ਦੇ ਦੌਰਾਨ ਹੁੰਦਾ ਹੈ। ਤੇ ਜਿਹੜੀ ਸੋਡੀਅਮ ਸਲਫੇਟ ਤੇ ਬੇਰੀਅਮ ਕਲੋਰਾਈਡ ਦੀ ਹੈ ਉਹਦੇ ਵਿੱਚ ਚਿੱਟੇ ਰੰਗ ਦੇ ਅਵਖੇਪ ਬਣਦੇ ਆ। ਤੁਹਾਡੇ ਤੋਂ ਇੱਕ ਨੰਬਰਾਂ ਦੇ ਵਿੱਚ ਅਵਖੇਪ ਪੁੱਛੇ ਜਾ ਸਕਦੇ ਆ, ਰੰਗ ਪੁੱਛਿਆ ਜਾ ਸਕਦਾ ਹੈ, ਜਾਂ ਸੋਡੀਅਮ ਜਿਹੜਾ ਸਲਫੇਟ ਹੈ ਉਸਦਾ ਫਾਰਮੂਲਾ ਪੁੱਛਿਆ ਜਾ ਸਕਦਾ ਹੈ, ਬੇਰੀਅਮ ਸਲਫੇਟ ਦਾ ਫਾਰਮੂਲਾ ਪੁੱਛਿਆ ਜਾ ਸਕਦਾ ਹੈ। ਤਾਂ ਉਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਤੁਸੀਂ ਕਰ ਲੈਣਾ ਹੈ। ਧੰਨਵਾਦ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਜੇ ਤੁਹਾਡਾ ਇਸ ਵੀਡੀਓ ਨਾਲ ਸੰਬੰਧਿਤ ਕੋਈ ਪ੍ਰਸ਼ਨ ਹੈ ਤਾਂ ਤੁਸੀਂ YouTube ਦੇ ਜਿਹੜੇ ਕਮੈਂਟ ਬਾਕਸ ਦੇ ਵਿੱਚ ਸਾਡੇ ਤੋਂ ਪੁੱਛ ਸਕਦੇ ਹੋ। ਥੈਂਕ ਯੂ।